ਸਤਿਨਾਮ ਵਾਹਿਗੁਰੂ। ਸਤਿਗੁਰ ਕੀ ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ ਸੁਖ ਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ। ਕਾਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵਾਥ ਸਭ ਜਗ ਜਿਨਹਿ ਉਪਾਇਆ ਭਾਈ। ਕਾਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵਾਥ ਕਿਨ ਕਹੀਆ ਕਿਉ ਦੇਖੀਆ ਭਾਈ। ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਆ ਭਾਈ। ਜਿਸ ਤੇ ਜਾਪੈ ਤਥ ਮੇਰੇ ਮਨ। ਜਪਿਆ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ। दुख दर्द का हंता
ਮੇਰੇ ਮਨ ਜਪਿਆ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਬਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜ਼ਮਤਾਂ ਇਨ੍ਹਾਂ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਮਹਾਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ। ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਪਰਸੇ ਹਨ। ਅੰਮ੍ਰਿਤ ਵੇਲੇ ਤੋਂ ਲੈ ਕੇ ਅੰਮ੍ਰਿਤਮਈ ਬਾਣੀ ਦੀ ਵਰਖਾ ਨਾਲ ਆਪਣੇ ਆਪ ਨੂੰ ਸਰਸ਼ਾਰ ਕਰਨ ਦਾ ਯਤਨ ਕੀਤਾ ਹੈ। ਹੁਣ ਆਪਾਂ ਸਾਰੇ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਆਪਣੇ ਸਤਿਗੁਰੂ ਦੇ ਹਜ਼ੂਰ ਬੈਠੇ ਹਾਂ। ਸਮਾਂ ਹੈ ਇਥੋਂ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਹਰੀ ਦੇ ਮੰਦਰ ਵਿੱਚੋਂ ਰੱਬ ਦੇ ਘਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਨੇ ਆਵਾਜ਼ਾ ਬਖਸ਼ਿਆ ਹੈ, ਉਸ ਦੀ ਵਿਚਾਰਦਾ ਨਮਸਕਾਰ ਕਰਨੀ ਬਣਦੀ ਹੈ। ਉਹਨਾਂ ਲਖਾਰੀਆਂ ਨੂੰ, ਇਤਿਹਾਸ ਦੇ ਲਿਖਣ ਵਾਲਿਆਂ ਨੂੰ, ਜਿਨ੍ਹਾਂ ਨੇ ਸਾਨੂੰ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਸਾਨੂੰ ਆਗਾਹ ਕੀਤਾ ਹੈ ਕਿ ਇਹ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਸਨ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ। ਇਹ ਉਹ ਬਾਣੀ ਸੀ ਜਿਹਦੇ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਆਖਦੇ ਸਨ, ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਇਹ ਬਾਣੀ ਨਾਜ਼ਲ ਹੋਈ ਸੀ। ਇਹ ਬਾਣੀ
ਕਰਤਾ ਆਪ ਮੂੰਹੋਂ ਕਢਾਏ। ਇਹ ਵਾਹਿਗੁਰੂ ਨੇ ਆਪ ਗੁਰੂਆਂ ਦੇ ਮੁਖ ਤੋਂ, ਭਗਤਾਂ ਦੇ ਮੁਖ ਤੋਂ ਇਹ ਉਚਾਰਨ ਕਰਵਾਈ ਹੈ। ਅਸੀਂ ਮੰਨੀਏ ਨਾ ਮੰਨੀਏ, ਕਈ ਵਾਰੀ ਸਾਡੇ ਮੂੰਹ ਤੋਂ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਅਸੀਂ ਖੁਦ ਮੰਨਦੇ ਹਾਂ, ਇਹ ਗੱਲ ਰੱਬ ਨੇ ਹੀ ਮੇਰੇ ਮੂੰਹ ਤੋਂ ਕਢਾ ਦਿੱਤੀ। ਅਸਲ ਵਿੱਚ ਸੱਚ ਇਹੋ ਹੀ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਰਾਮ ਬਿਨਾ ਕੋ ਬੋਲੇ ਰੇ, ਕੋਈ ਬੋਲ ਕੇ ਵਿਖਾ ਸਕਦਾ ਹੈ? ਕਿਸੇ ਦੀ ਹੈ ਹਿੰਮਤ? कबीर तो हम जंत बजावते, टूट गई सब तार। जंत की है साज। गुरु के कीर्तनीय तबला वजाउंदे ने, हारमोनीयम वजाउंदे ने, उन्हां नाल तंती साज ते सिंह बैठदे ने। ये तंत है। जेड़ा साज कबीर जी कहंदे असी बजा रहे सां, उहदियां तारां ही टुट गईयां ने, तां ही तंती साज शब्द एक साडा है। अगर गुरमत संगीत विच जाओगे क्योंकि गुरु काल दे विच हारमोनीयम हुंदा ही नहीं सी। भावें तुसी ताउस की गल करो, भावें रबाब की गल करो, भावें सरंदे की गल करो, सारे तंती साज सन, तारां दे नाल चलदे सी। जदों तारां ही टुट गईयां, टूट गई सब तार, फिर उत्थे भगत जी कहते ने कि जंत विचारा क्या करे, चले बजावन हार। हुण जिहड़ी आवाज साडे विच सत्य है वो रब दी है। हुण भी जदों दास महाराज दे दरबार तो बाहर आया, एक बहुत किरती सिख, वैसे हुण कहना चाहिए क्योंकि वेलड़ सिख बहुत हो गए ने। तुसी आम बंदे नूं पुछ के वेखो की करदा, कहंदे जी वेला ही आ। चेता रखना, वेला सिख नहीं हो सकता। वेलड़ नूं सिख नहीं कहंदे, क्योंकि गुरु नानक साहब का पहला हुक्म है किरत करनी। ये जरूरी नहीं कि किरत तुहानू चाहिदी होवे, ये जरूरी नहीं है। ये भी नहीं जरूरी कि तुहाडी किरत तुहाडे बच्चिआं नू चाहिदी होवे। अगर तुसी अपने आप तो बच्चिआं तो फ्री हो गए हो तो फिर अगे चलो। तुहाडी कौम, तुहाडा धर्म, तुहाडा पंथ, उन्हें बड़ियां लोड़ां ने तुहाडियां। अगर हुण मैं इत्थे बैठ के कुछ ना लवां ते इतराज होएगा भी ज्ञानी जी प्रचारक किन्ना दे, सिखां दे जां किसी होर दे। पर अज वो जिन्हां नूं असीं वास्तव दे विच धर्म भी नहीं कह सकते, ਜਿਹੜੀਆਂ कुछ साडियां शिखावां ने, शाखा ने, ना उन्हां दीयां जड़ां अपणियां ने, ना उन्हां दे तने अपने ने, केवल डाहणियां ही ने। और वो सारियां संस्थावां ਜਿਹੜੀਆਂ ने इस वेले वैल ऑर्गेनाइज ने। हुण जाके उत्थे पुछो भी बंदे कौन बैठे ने, कोई IAS बैठा है, कोई IPS बैठा है, कोई सैकटरी है, कोई डायरेक्टर है, कोई
इस तो भी ਵੱਡੇ ਵੱਡੇ ਅਹੁਦਿਆਂ ਤੋਂ ਲੋਕ ਵਿਹਲੇ ਹੋ ਕੇ ਉੱਥੇ ਆ ਕੇ ਬਹਿ ਗਏ ਨੇ, ਆਪਣੇ ਧਰਮ ਦੀ ਸੇਵਾ ਕਰਦੇ ਨੇ। ਪਰ ਸਾਡੀ ਬਦਕਿਸਮਤੀ ਇਹ ਰਹੀ ਹੈ, ਮੇਰੇ ਇੱਕ ਬੜੇ ਪਿਆਰੇ ਦੋਸਤ ਹੁੰਦੇ ਸੀ, ਉਹ ਕਹਿੰਦੇ ਗਿਆਨੀ ਜੀ ਸਿੱਖਾਂ ਨੂੰ ਇਹ ਗੱਲ ਬਹੁਤ ਛੇਤੀ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਜਦੋਂ ਵੀ ਕੋਈ ਆਦਮੀ ਕਹਿੰਦਾ ਵੀ ਮੈਂ ਵੀ ਸਿੱਖ ਹਾਂ ਤਾਂ ਅਸੀਂ ਕਹਿੰਦੇ ਵੀ ਤੂੰ ਪਹਿਲਾਂ ਪੱਗ ਲਾ ਆਪਣੀ। ਉਹ ਕਹਿੰਦਾ ਕੀ ਮਤਲਬ? ਕਹਿੰਦਾ ਜੂੜਾ ਖੋਲ ਆਪਣਾ। ਉਹ ਕਹਿੰਦਾ ਕੀ ਮਤਲਬ? ਕਹਿੰਦਾ ਵੀ ਵੇਖਣਾ ਵੀ ਤੇਰੇ ਸਿਰ 'ਚ ਮਧਾਣੀ ਚੀਰਾ ਪਿਆ ਕਿ ਨਹੀਂ ਪਿਆ, ਵੀ ਜੇ ਤੇ ਕਿਸੇ ਮੋਰਚੇ 'ਚ ਤੂੰ ਡਾਂਗਾ ਖਾਧੀਆਂ ਨੇ ਫੇਰ ਤੇ ਸੀ ਠੀਕ ਹੈ, ਤੇ ਜੇ ਕਿਸੇ ਮੋਰਚੇ 'ਚ ਤੇਰਾ ਸਿਰ ਹੀ ਨਹੀਂ ਪਾਟਾ ਤੇ ਤੂੰ ਚੰਗਾ ਸਿੱਖ ਵਧੀਆ ਸਿੱਖ ਕਿਵੇਂ ਹੋ ਸਕਦਾ? ਇਹ ਸਾਡੀ ਬਦਕਿਸਮਤੀ ਹੈ ਕਿ ਭਾਈ ਨੰਦ ਲਾਲ ਸਾਹਿਬ ਵਰਗੇ ਸਿੱਖ ਵਧੀਆ ਨਹੀਂ ਸੀਗੇ, ਨਹੀਂ ਗੁਰੂ ਸਾਹਿਬ ਨੇ ਭੇਜਿਆ ਜੰਗ ਦੇ ਮੈਦਾਨ 'ਚ ਉਹਨਾਂ ਨੂੰ। ਕਿ ਭਾਈ ਕਨਈਆ ਸਾਹਿਬ ਵਰਗੇ ਵਧੀਆ ਸਿੱਖ ਨਹੀਂ ਸੀ, ਜੰਗ 'ਚ ਹੀ ਭੇਜਿਆ ਪਰ ਸ਼ਸਤਰ ਦੇ ਕੇ ਨਹੀਂ ਭੇਜਿਆ, ਮਸ਼ਕ ਦੇ ਕੇ ਭੇਜਿਆ, ਮਲਮ ਪੱਟੀ ਦੇ ਕੇ ਭੇਜਿਆ। ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਸਾਡੇ ਕੋਲੇ ਬਾਬਾ ਬੁੱਢਾ ਸਾਹਿਬ ਵਰਗੇ ਵੀ ਸਿੱਖ ਨੇ ਜਿਨ੍ਹਾਂ ਨੇ ਹੱਥ ਵਿੱਚ ਡਾਂਗ ਫੜ ਕੇ ਪਹਿਰਾ ਦਿੱਤਾ ਹੈ। ਇੱਕ ਵੇਲਾ ਐਸਾ ਵੀ ਆਇਆ ਸੀ ਕਿ ਇੱਥੇ ਦਰਬਾਰ ਸਾਹਿਬ ਆਉਣ ਤੋਂ ਸੰਗਤ ਨੂੰ ਰੋਕ ਦਿੱਤਾ ਗਿਆ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਗ੍ਰੰਥੀ ਸਾਹਿਬ ਬਣਾਇਆ, ਪਰ ਡਾਂਗ ਫੜ ਕੇ ਭਾਈ ਗੁਰਦਾਸ ਜੀ ਨੇ ਤਾਂ ਕੁਝ ਨਹੀਂ ਕੀਤਾ, ਉਹਨਾਂ ਨੂੰ ਲਿਖਾਰੀ ਬਣਾਇਆ। ਉਹਨਾਂ ਨੂੰ ਵਿਦਿਆ ਪੜ੍ਹਨ ਵਾਸਤੇ ਕਾਂਚੀ ਵੀ ਭੇਜਿਆ। ਅੱਜ ਇਹ ਗੱਲ ਸਾਨੂੰ ਬੜੀ ਛੇਤੀ ਸਮਝ ਲੈਣੀ ਚਾਹੀਦੀ ਹੈ ਕਿ ਕਿਰਤ ਦੇ ਅਰਥ ਕੀ ਨੇ। ਇਹੋ ਹੀ ਕਾਰਨ ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਆਉਂਦੇ ਹੀ ਨਹੀਂ, ਕਿਉਂਕਿ ਸਾਡੇ 'ਚ ਉਹਨਾਂ ਨੂੰ ਥਾਂ ਕੋਈ ਨਹੀਂ ਹੈਗੀ। ਦੇਖੋ, ਇੱਕ ਮੈਨੇਜਮੈਂਟ ਸ਼ਬਦ ਹੁੰਦਾ ਹੈ ਜਿਹਨੂੰ ਅਸੀਂ ਪ੍ਰਬੰਧ ਕਹਿੰਦੇ ਆ, ਜਿਹਨੂੰ ਅਸੀਂ ਨਿਜ਼ਾਮ ਕਹਿੰਦੇ ਆ। ਅੱਜ ਸਾਡੇ 'ਚ ਕਿਸੇ ਗੱਲ ਦੀ ਕਮੀ ਤਾਂ ਨਹੀਂ ਹੈ। ਮੈਂ ਹਮੇਸ਼ਾ ਬੇਨਤੀ ਕਰਦਾ, ਸਿੱਖੀ ਦੇ ਦੋ ਪਿੱਲਰ ਨੇ, ਇੱਕ ਸੇਵਾ, ਇੱਕ ਸਿਮਰਨ। ਜੇ ਸਿਮਰਨ ਕੀਤਾ ਕਿੱਡੇ ਕਿੱਡੇ ਮਹਾਂਪੁਰਖ ਸਾਡੇ ਵਿੱਚ ਹੋਏ ਨੇ, ਤੇ ਜੇ ਤੁਸੀਂ ਸੇਵਾ ਕੀਤੀ ਹੈ ਤੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਹਿਣਾ ਪੈ ਰਿਹਾ ਵੀ ਹਰ ਸ਼ਹਿਰ 'ਚ ਗੁਰਦੁਆਰਾ ਹੋਣਾ ਚਾਹੀਦਾ, ਹਰ ਥਾਂ ਤੇ ਸਿੱਖ ਹੋਣੇ ਚਾਹੀਦੇ ਨੇ। ਗੁਰੂ ਦੇ ਬਖਸ਼ੇ ਪ੍ਰਿੰਸੀਪਲ ਜਿਹੜੇ ਨੇ, ਸਿਧਾਂਤ ਜਿਹੜੇ ਨੇ, ਗੁਰੂ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਜਿਹੜੀਆਂ ਬਖਸ਼ਿਸ਼ਾਂ ਨੇ, ਇਹਨਾਂ ਨੂੰ ਬੜੀ ਅਧੀਨਗੀ ਨਾਲ, ਜਿਹਦੀ ਸਾਡੇ ਕੋਲੇ ਬਹੁਤ ਘਾਟ ਹੈ, ਵਿਚਾਰਨ ਦੀ ਲੋੜ ਹੈ। ਮੈਂ ਦਰਬਾਰ ਸਾਹਿਬ ਤੋਂ ਬਾਹਰ ਆਇਆ ਤਾਂ ਕਿਰਤੀ ਸਿੰਘ ਮੈਨੂੰ ਕਹਿਣ ਲੱਗਾ, ਜੀ ਜ਼ਿਕਰ ਕਰੋਗੇ ਕਿ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਮਹਾਰਾਜ ਤੇ 12 ਬਖਸ਼ਿਸ਼ਾਂ ਕੀਤੀਆਂ ਸੀ। ਕਿਉਂਕਿ ਕੱਲ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ। ਹੁਣ ਇਹ ਅਸੀਂ ਉੱਥੋਂ ਤੱਕ ਪਹੁੰਚੇ ਹਾਂ 12 ਤੱਕ ਨਹੀਂ, ਬਖਸ਼ਿਸ਼ਾਂ ਸਾਰੀਆਂ ਹੀ ਗੁਰੂ ਅੰਗਦ ਸਾਹਿਬ ਨੇ ਕੀਤੀਆਂ ਸੀ, ਅਸੀਂ ਕੇਵਲ 12 ਗਿਣੀਆਂ ਨੇ। ਬਾਰਾਂ ਬਖਸ਼ਿਸ਼ਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ। ਮੈਂ ਤਾਂ ਇੱਥੇ ਹਮੇਸ਼ਾ ਬੇਨਤੀ ਕਰਕੇ ਜਾਣਾ ਵੀ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਸਿੱਖੀ ਦਾ ਮਹਿਲ ਬਣਿਆ ਕਿਵੇਂ ਹੈ। ਇਹ ਘਰ ਗੁਰੂ ਨਾਨਕ ਦਾ ਹੈ, ਇਹ ਦਰ ਗੁਰੂ ਨਾਨਕ ਦਾ ਹੈ, ਇਹ ਬਾਣੀ ਸਾਰੀ ਗੁਰੂ ਨਾਨਕ ਦੀ ਹੈ, 6 ਗੁਰੂਆਂ ਦੀ ਬਾਣੀ ਹੈ, ਪਰ ਹਰ ਸ਼ਬਦ ਦੇ ਵਿੱਚ ਸ਼ਬਦ ਨਾਨਕ ਹੈ। ਬਾਣੀ ਦਾ ਉਚਾਰਨ ਕਰਤਾ ਗੁਰੂ ਨਾਨਕ ਨੂੰ ਹੀ ਮੰਨਿਆ ਗਿਆ ਹੈ। इते कहो अंगद, कहो अमरदास, कहो रामदास, कहो अर्जन, शब्द किते नहीं हैगा। जदों शब्द आएगा कहो नानक आएगा, जन नानक आएगा। पर जे तुसी हुक्म की व्याख्या सुननी है
ਤਾਂ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਨਾ ਪਏਗਾ। ਤੇ ਜੇ ਸੇਵਾ ਦੀ ਵੇਖਣੀ ਹੈ ਤੇ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹਨਾ ਪਏਗਾ। ਹੁਣ ਅੱਜ ਹਰ ਵਿਅਕਤੀ ਕਹਿੰਦਾ ਜੀ ਮੈਂ ਸੇਵਾ ਕਰ ਰਿਹਾ, ਸੇਵਾ ਗੁਰੂ ਅਮਰਦਾਸ ਨੇ 12 ਸਾਲ ਕੀਤੀ ਹੈ। ਸਾਡਾ ਤਾਂ ਸੇਵਾ ਦਾ ਟਾਈਮ ਹੀ 1.25 ਮਹੀਨਾ ਹੈ, 40 ਦਿਨ। ਪਤਾ ਨਹੀਂ ਚਲੀਸਾ ਕਿੱਥੋਂ ਚੁੱਕ ਲਿਆਂਦਾ ਸੀ। ਚਲੀਸਾ ਸ਼ਬਦ ਹੀ ਨਹੀਂ ਹੈ ਸਾਡਾ। ਸਨਾਤਨ ਮਤ ਵਿੱਚ ਲੋਕ ਹਨੂਮੰਤ ਜੀ ਦਾ ਚਲੀਸਾ ਕੱਢਦੇ ਨੇ, ਉਹਨਾਂ ਨੂੰ ਮੁਬਾਰਕ ਹੈ। ਸਾਡੇ ਵਿੱਚ ਚਲੀਸਾ ਨਹੀਂ ਹੈ। ਇੱਥੇ ਗੁਰੂ ਅਮਰਦਾਸ ਜੀ ਨੇ 60 ਸਾਲ ਤੋਂ ਲੈ ਕੇ 72 ਸਾਲਾਂ ਤੱਕ 12 ਸਾਲ ਸੇਵਾ ਕੀਤੀ ਹੈ। ਸੇਵਾ ਕਿਵੇਂ ਕਰਨੀ ਹੈ ਇਹ ਸਾਨੂੰ ਗੁਰੂ ਅਮਰਦਾਸ ਜੀ ਤੋਂ ਸਿੱਖਣਾ ਪਏਗਾ। ਤੇ ਗੁਰੂ ਘਰ ਵਿੱਚ ਰਿਸ਼ਤੇਦਾਰੀ ਕਿਵੇਂ ਨਿਭਾਉਣੀ ਹੈ ਇਹ ਸਾਨੂੰ ਗੁਰੂ ਰਾਮਦਾਸ ਜੀ ਤੋਂ ਸਿੱਖਣਾ ਪਏਗਾ। ਨਹੀਂ ਤੇ ਇਦਾਂ ਦੇ ਘਰ ਜਵਾਈ ਤਾਂ ਨਹੀਂ ਹੁੰਦੇ। ਘਰ ਜਵਾਈ ਦਾ ਤੇ ਮਤਲਬ ਹੁੰਦਾ ਵੀ ਮੰਜੀ ਤੇ ਇੱਕ ਚਿੱਟੀ ਚਾਦਰ ਥੱਲੇ ਹੋਵੇ, ਇੱਕ ਉੱਤੇ ਹੋਵੇ, ਭਾਵੇਂ ਦੁਪਹਿਰ ਹੋਵੇ ਪਰ ਲੰਮਾ ਪਿਆ ਹੀ ਚਾਹੀਦਾ ਜਵਾਈ ਤਾਂ। ਉਦਾਂ ਭਾਵੇਂ ਆਕੜ ਜੇ ਪਰ ਜਵਾਈ ਭਾਈ ਜੋ ਹੋਇਆ, ਪਰ ਐਸਾ ਜਵਾਈ ਭਾਈ ਜੇਠਾ ਤਾਂ ਨਹੀਂ ਸੀਗਾ। ਉਹ ਤਾਂ ਘਰ ਦਮਾਦ ਬਣ ਕੇ ਵੀ ਅਜੇ ਵੀ ਟੋਕਰੀ ਢੋਂਦਾ ਹੈ। ਭਾਣਾ ਕਿਵੇਂ ਮੰਨਣਾ ਹੈ ਇਹ ਤਾਂ ਗੁਰੂ ਅਰਜਨ ਸਾਹਿਬ ਤੋਂ ਸਿੱਖਣਾ ਪਵੇਗਾ। ਤਤੀ ਤਵੀ ਤੇ ਬਹਿ ਕੇ ਜਦੋਂ ਤਤਾ ਰੇਤਾ ਸੀਸ ਵਿੱਚ ਪੈ ਰਿਹਾ ਹੋਵੇ ਤੇ ਫਿਰ ਕੋਈ ਕਵੇ ਖਾ ਭਲਾ ਤੇਰਾ ਕੀਆ ਮੀਠਾ ਲਾਗੇ, ਕਿਹਾ ਜਾਂਦਾ ਹੈ। ਸਾਡੇ ਤੇ ਪੈਰਾਂ ਤੇ ਚਾਹ ਡੁੱਲ ਜੇ ਤੇ ਰੱਬ ਨੂੰ ਬੋਲਣ ਲੱਗ ਜਾਂਦੇ ਅਸੀਂ। ਸਾਡੇ ਪੈਰਾਂ ਤੇ ਚਾਹ ਡੁੱਲ ਜੇ ਤੇ ਰੱਬ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਅਸੀਂ। ਹਾਲਾਂਕਿ ਅਸੀਂ ਕੀਤਾ ਕੁਝ ਵੀ ਨਹੀਂ ਹੁੰਦਾ। ਤੇ ਗੁਰੂ ਅਰਜਨ ਸਾਹਿਬ ਜੀ ਨੇ ਹਰਮੰਦਰ ਸਾਹਿਬ, ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਸਰੋਵਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਤਰਨਤਾਰਨ ਸਾਹਿਬ, ਕਰਤਾਰਪੁਰ ਸਾਹਿਬ, ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਫਿਰ ਤਤੀ ਤਵੀ ਤੇ ਬਹਿਣਾ ਪੈ ਗਿਆ ਤੇ ਫਿਰ ਵੀ ਕਿਹਾ, ਆਖਿਆ ਤੇਰਾ ਕੀਆ ਮੀਠਾ ਲੱਗ ਗਿਆ। ਭਾਣਾ ਇਸ ਗੁਰੂ ਤੋਂ ਸਿੱਖਣਾ ਪਵੇਗਾ। ਭਗਤੀ ਤੇ ਸ਼ਕਤੀ ਨੂੰ ਜੋੜ ਕੇ ਕਿਵੇਂ ਚੱਲਣਾ ਇਹ ਗੁਰੂ ਹਰਗੋਬਿੰਦ ਸਾਹਿਬ ਸਿਖਾਉਣਗੇ। ਇੱਕ ਵੀ ਗੁਰੂ ਦਾ ਜੀਵਨ ਬਾਹਰ ਕੱਢ ਦਿਓਗੇ ਤਾਂ ਸਿੱਖੀ ਦਾ ਮਹਿਲ ਪੂਰਾ ਨਹੀਂ ਹੋਏਗਾ। ਅਗਰ ਗੁਰਮੁਖੀ ਲਿਪੀ ਨਾ ਹੁੰਦੀ ਤਾਂ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦਾ ਇਹ ਜੋ ਅੱਜ ਅਸੀਂ ਦਰਸ਼ਨ ਕਰਦੇ ਇਹ ਹੋ ਸਕਦਾ ਸੀ? ਸੋ ਇਸ ਕਰਕੇ ਮੈਂ ਬੇਨਤੀ ਕਰਾਂ, ਸਾਨੂੰ ਬੜੀ ਅਧੀਨਗੀ ਨਾਲ ਪਹਿਲਾਂ ਸਿੱਖੀ ਨੂੰ ਸਮਝਣ ਦੀ ਲੋੜ ਹੈ। ਅੱਜ ਤੋਂ ਬਾਅਦ ਇਹ ਗੱਲ ਪੱਲੇ ਬੰਨ ਲਓ ਕਿ ਕਦੇ ਨਹੀਂ ਕਹਿਣਾ ਮੈਂ ਵਿਹਲਾ ਸਿੱਖ ਹਾਂ। ਵਿਹਲਾ ਬੰਦਾ ਸਿੱਖ ਨਹੀਂ ਹੋ ਸਕਦਾ। ਵਿਹਲਾ ਤੇ ਵਿਹਲੜੀ ਹੋਏਗਾ, ਸਿੱਖ ਤੇ ਵਿਹਲਾ ਹੋ ਹੀ ਨਹੀਂ ਸਕਦਾ। ਨਹੀਂ, ਤੁਸੀਂ ਹੁਣੇ ਮੇਰੇ ਨਾਲ ਸਹਿਮਤ ਹੋਵੋਗੇ, ਤੁਹਾਨੂੰ ਬੜੇ ਗੁਰਮੁਖ ਵੀਰ ਮਿਲਣਗੇ, ਭੈਣਾਂ ਮਿਲਣਗੀਆਂ, ਤੁਸੀਂ ਉਹਨਾਂ ਨੂੰ ਕਹੋਗੇ ਕਿ ਭਾਈ ਤੂੰ ਕੀ ਕਰਦਾ ਸਾਰਾ ਦਿਨ? ਕਹਿੰਦਾ ਯਾਰ ਮੈਂ ਤੇ ਵਿਹਲਾ ਹੀ ਨਹੀਂ ਹੁੰਦਾ, ਸਵੇਰੇ ਉੱਠਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ, ਮੈਂ ਗੁਰਦੁਆਰੇ ਜਾਣਾ, ਉੱਥੇ ਕੀਰਤਨ ਸੁਣਦਾ, ਕਥਾ ਸੁਣਦਾ, ਘਰ ਆਉਣਾ, ਪ੍ਰਸ਼ਾਦਾ ਛਕਦਾ, ਆਰਾਮ ਕਰਦਾ, ਫਿਰ ਮੈਂ ਸਹਿਜ ਪਾਠ ਕਰਨ ਲੱਗ ਜਾਂਦਾ, ਫਿਰ ਮੈਂ ਥੋੜੇ ਬਹੁਤੇ ਘਰ ਦੇ ਕੰਮ ਕਰਦਾ, ਫਿਰ ਮੈਂ ਗੁਰਦੁਆਰੇ ਜਾ ਕੇ ਸੇਵਾ ਕਰਨ ਲੱਗ ਜਾਂਦਾ। ਕਦੇ ਵੀ ਗੁਰਸਿੱਖ ਤੁਹਾਨੂੰ ਵਿਹਲਾ ਨਹੀਂ ਮਿਲੇਗਾ। ਅੱਜ ਵੀ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਹੈ, ਇਹ ਸੋਰਠ ਰਾਗ ਦਾ ਸ਼ਬਦ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 639-40 ਅੰਗ ਤੇ ਦਰਜ ਹੈ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ ਤੇ ਹੈ।
ਕੀ ਆਪਾਂ ਮੰਨਾਂਗੇ? ਕੀ ਆਪਾਂ ਮੰਨਦੇ ਹਾਂ? ਜੇ ਆਪਾਂ ਮੰਨਦੇ ਹੋਈਏ ਤਾਂ ਫਿਰ ਇਹ ਚੇਤਾ ਰੱਖਣਾ ਕਿ ਜਿਹੜੀਆਂ ਗੱਲਾਂ ਦੇ ਪ੍ਰਤੀ ਅਸੀਂ ਇਤਰਾਜ਼ ਕਰਦੇ ਹਾਂ ਕਿ ਇਹ ਗੁਰਦੁਆਰੇ ਦੇ ਵਿੱਚ ਗਲਤ ਨੇ, ਇਹ ਚੇਤਾ ਰੱਖਣਾ ਉਹ ਹਰ ਥਾਂ ਤੇ ਗਲਤ ਨੇ। ਫਿਰ ਜਿੱਥੇ ਵੀ ਤੁਸੀਂ ਰਹੋਗੇ, ਤੁਰੋਗੇ, ਬੈਠੋਗੇ, ਉੱਠੋਗੇ, ਅਗਰ ਤੁਹਾਨੂੰ ਇਹ ਪਤਾ ਹੋਵੇ ਕਿ ਸੱਦ ਸੁਣਦਾ, ਸੱਦ ਵੇਖਦਾ, ਤੇ ਹਰ ਥਾਂ ਤੇ ਜਦੋਂ ਤੁਸੀਂ ਉਹਨੂੰ ਹਾਜ਼ਰ ਨਾਜ਼ਰ ਮੰਨੋਗੇ ਕਿ ਜੈ ਜੈ ਪੇਖੋਂ ਤੈ ਹਜੂਰ, ਫਿਰ ਤੁਸੀਂ ਆਪਣੇ ਘਰ ਵੀ ਨੰਗੇ ਸਿਰ ਨਹੀਂ ਬੈਠ ਪਾਓਗੇ। ਜਿਹੜੀ ਸਾਡੀ ਮਰਿਆਦਾ ਹੈ ਉਹ ਕਦੀ ਇਹ ਤੇ ਨਹੀਂ ਨਾ ਵੀ ਜੇ ਘਰ 'ਚ ਕੋਈ ਵੱਡਾ ਹੈਗਾ ਤੇ ਸਿਰ ਤੇ ਚੁੰਨੀ ਲੈ ਲਓ, ਨਹੀਂ ਤੇ ਮੁੜ ਕੇ ਲੱਭੇ ਹੀ ਨਾ। ਨਹੀਂ, ਉਹਦਾ ਕੋਈ ਸਬੰਧ ਨਹੀਂ, ਵੱਡਿਆਂ ਛੋਟਿਆਂ ਦਾ ਕੋਈ ਸਬੰਧ ਨਹੀਂ ਹੈ। ਮੈਂ ਤੇ ਐਸੇ ਵੀ ਸਿੱਖ ਵੇਖੇ ਨੇ, ਉਹ ਅਗਰ ਕੇਸ ਹਰੇ ਕਰਨ, ਇਸ਼ਨਾਨ ਕਰਨ, ਫਿਰ ਵੀ ਉਹ ਸਿਰ ਤੇ ਇੱਕ ਪਤਲਾ ਜਿਹਾ ਕੱਪੜਾ ਜ਼ਰੂਰ ਰੱਖਦੇ ਨੇ। ਕੀ ਹੋਏਗਾ? ਵਾਲ ਕੇਸ ਸੁੱਕਣ ਵਿੱਚ 10 ਮਿੰਟ ਵੱਧ ਲੱਗ ਜਾਣਗੇ। ਪਰ ਉਹਨਾਂ ਦੀ ਭਾਵਨਾ ਹੈ ਕਿ ਨਹੀਂ, ਮੈਂ ਨੰਗੇ ਸਿਰ ਨਹੀਂ ਬੈਠਣਾ। ਹੁਣ ਉਹ ਪੁੱਛੋ ਵੀ ਇੱਥੇ ਕੌਣ ਵੇਖਦਾ, ਇੱਥੇ ਤੇਰੇ ਲਾਗੇ ਕੌਣ ਹੈ? ਬਹੁਤੀ ਗੱਲ ਤੇ ਕੁੰਡੀ ਬੰਦ ਕਰ ਲੈ। ਕੁੰਡੀ ਬੰਦ ਕਰਕੇ ਵੀ ਨੰਗੇ ਸਿਰ ਨਹੀਂ ਬੈਠੇਗਾ। ਜਿਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਰੱਬ ਸਾਰੀਆਂ ਥਾਵਾਂ ਤੇ ਹੈ, ਅਗਰ ਉਸ ਤੋਂ ਅਗਲੀ ਗੱਲ ਵੀ ਸਮਝ ਆ ਗਈ ਵੀ ਮਿਲੇਗਾ ਗੁਰੂ ਦੀ ਕਿਰਪਾ ਨਾਲ, ਕਿਉਂਕਿ ਗਿਆਨ ਵੀ ਪ੍ਰਾਪਤੀ ਨਹੀਂ ਹੈ, ਇਹ ਜ਼ਰੂਰ ਚੇਤਾ ਰੱਖਣਾ। ਅਗਰ ਤੁਹਾਨੂੰ ਇਹ ਲੱਗੇ ਨਾ ਵੀ ਗਿਆਨੀ ਜੀ ਆਏ ਨੇ ਦਿੱਲੀੋਂ, ਬੜੀ ਸੋਹਣੀ ਕਥਾ ਕਰਦੇ, ਬੜਾ ਗਿਆਨ ਹੈ, ਤੇ ਗਿਆਨ ਦਾ ਅਰਥ ਮੈਨੂੰ ਵੀ ਪ੍ਰਾਪਤੀ ਨਹੀਂ ਹੈ। ਹਰ ਭੁੱਖੇ ਕੋਲੇ ਗਿਆਨ ਹੈ ਵੀ ਜੇ ਪ੍ਰਸ਼ਾਦਾ ਮਿਲ ਜੇ ਤੇ ਮੇਰੀ ਭੁੱਖ ਮਿਟ ਜਾਏਗੀ। ਤੁਹਾਨੂੰ ਪੁੱਛੋ ਵੀ ਹੁਣ ਠੀਕ ਹੈ ਨਾ, ਰੋਟੀ ਦੀ ਲੋੜ ਤਾਂ ਨਹੀਂ ਹੈਗੀ, ਕਿਉਂਕਿ ਤੈਨੂੰ ਗਿਆਨ ਹੈ। ਹਰ ਬਿਮਾਰ ਨੂੰ ਗਿਆਨ ਹੈ ਕਿ ਜੇ ਮੈਨੂੰ ਦਵਾਈ ਮਿਲ ਜੇ ਮੈਂ ਠੀਕ ਹੋ ਸਕਦਾ। ਹਰ ਗਰੀਬ ਨੂੰ ਗਿਆਨ ਹੈ ਕਿ ਜੇ ਪੈਸੇ ਮਿਲ ਜਾਣ ਤੇ ਮੇਰੀ ਵੀ ਗਰੀਬੀ ਕੱਟੀ ਜਾ ਸਕਦੀ ਹੈ। ਪਰ ਗਰੀਬੀ ਕੱਟੀ ਤਾਂ ਕਿਸੇ ਦੀ ਨਹੀਂ ਗਈ, ਗਰੀਬੀ ਤੇ ਪੈਸਿਆਂ ਨਾਲ ਹੀ ਕੱਟੀ ਜਾਣੀ। ਭੁੱਖ ਤਾਂ ਰੋਟੀ ਨਾਲ ਹੀ ਮਿਟਣੀ ਹੈ ਭਾਈ, ਬਿਮਾਰੀ ਤਾਂ ਦਵਾਈ ਨਾਲ ਹੀ ਜਾਣੀ ਹੈ। ਗਿਆਨ ਆਪਣੀ ਜਗ੍ਹਾ, ਉਸ ਤੋਂ ਅੱਗੇ ਤੁਰਨਾ ਪਏਗਾ ਤੁਹਾਨੂੰ। ਅਗਰ ਗਿਆਨ ਤੋਂ ਬਾਅਦ ਦਵਾਈ ਨਹੀਂ ਮਿਲੀ ਤੇ ਤੁਸੀਂ ਠੀਕ ਨਹੀਂ ਹੋ ਸਕਦੇ। ਗਿਆਨ ਤੋਂ ਬਾਅਦ ਰੋਟੀ ਨਹੀਂ ਮਿਲੀ ਤੇ ਭੁੱਖ ਨਹੀਂ ਮਿਟੇਗੀ। ਤੋ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੈ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ। ਇਹ ਸਾਰਾ ਸੰਸਾਰ ਕਿਸਨੇ ਪੈਦਾ ਕੀਤਾ ਹੈ? ਪਤਾ ਕਰੋ। ਓਏ ਜੋ ਦੀਸੇ ਅੰਬਰ ਤਾਰੇ। ਚਲੋ ਥੱਲੇ ਤੇ ਲੈਂਟਰ ਕਿਸੇ ਨੇ ਪਾਇਆ, ਸਰੀਆ ਕਿਸੇ ਨੇ ਪਾਇਆ, ਖੁਦਾਈ ਕਿਸੇ ਨੇ ਕਰ ਦਿੱਤੀ, ਕਿਸੇ ਨੇ ਬਿਜਲੀ ਪੈਦਾ ਕਰ ਦਿੱਤੀ, ਕਿਸੇ ਨੇ ਭਾਖੜਾ ਡੈਮ ਬਣਾ ਦਿੱਤਾ, ਕਿਸੇ ਨੇ ਹੋਰ ਪਾਵਰ ਦੇ ਕੋਈ ਪਲਾਂਟ ਲਾ ਦਿੱਤੇ। ਪਰ ਉਹ ਜਿਹੜੀ ਉੱਪਰ ਵਾਇਰਿੰਗ ਹੋਈ ਉਹ ਕਿੰਨੇ ਕੀਤੀ ਹੈ? ਥੱਲੇ ਤੇ ਕਿਸੇ ਨੇ ਕੋਈ ਬਲਬ ਲਾ ਦਿੱਤੇ, ਕਿਸੇ ਨੇ ਕੋਈ ਟਿਊਬ ਲਾ ਦਿੱਤੀ, ਕਿਸੇ ਨੇ ਕੋਈ ਫਲੱਡ ਲਾਈਟ ਲਾ ਦਿੱਤੀ। ਪਰ ਜਿਹੜਾ ਉੱਪਰ ਪ੍ਰਬੰਧ ਹੋਇਆ ਉਹ ਕਿੰਨੇ ਕੀਤਾ ਹੈ? ਉਹ ਵਾਇਰਿੰਗ ਕਿੰਨੇ ਕੀਤੀ ਹੈ? ਉਹ ਟਿਊਬਾਂ ਲਾਈਟਾਂ ਕਿੰਨੇ ਲਾਈਆਂ ਨੇ? ਉਹ ਤਾਰੇ ਜਿਹੜੇ ਨੇ ਟਿਮਟਮਾਉਂਦੇ ਨੇ, ਉਹ ਬਲਬ ਕਿੰਨੇ ਜਗਾਏ ਨੇ? ਉਹ ਕੌਣ ਇੰਨਾ ਉੱਚਾ, ਕਿਹੜੀ ਲਿਫਟ ਹੈ? ਕੋਈ ਹੈ ਕੋਈ? ਸਭ ਜਗ ਜਿਨੇ ਉਪਾਇਆ ਭਾਈ। ਇਹ ਸਾਰਾ ਸੰਸਾਰ ਕਿੰਨੇ ਪੈਦਾ ਕੀਤਾ? ਰੋਜ਼ ਹੀ ਕਹੀ ਜਾਂਦੇ ਆ ਉਹ ਜੀ ਗਲੇਸ਼ੀਅਰ ਪਿਘਲ ਰਹੇ ਨੇ, ਗਲੋਬਲ ਵਾਰਮਿੰਗ ਦੀ ਪ੍ਰੋਬਲਮ ਆ ਜਾਣੀ ਹੈ, ਧਰਤੀ ਖਤਮ ਹੋ ਜਾਣੀ ਹੈ। ਵੀ ਪੁੱਛੋ ਕਿਹਦਾ ਬਾਪ ਉੱਥੇ ਬਰਫ਼ ਦੇ ਤੋਦੇ ਰੱਖ ਕੇ ਆਇਆ ਸੀ? ਉੱਥੇ ਜਿੰਨੇ ਪਹਿਲਾਂ ਰੱਖੇ ਨੇ ਉਹਨੇ ਫੇਰ ਰੱਖ ਲੈਣੇ ਨੇ। ਫਰਕ ਇੰਨਾ ਹੀ ਹੈ, ਸਾਡਾ ਰੱਬ ਨੂੰ ਮੰਨਣ 'ਚ ਇੰਨਾ ਹੀ ਫਰਕ ਹੈ। ਇਹ ਪਹਿਲਾਂ ਗਲੇਸ਼ੀਅਰ ਕਿੰਨੇ ਪੈਦਾ ਕੀਤੇ ਉੱਥੇ? ਮੇਰੇ ਬਜ਼ੁਰਗ ਨੇ ਤਾਂ ਕੀਤੇ ਨਹੀਂ, ਹੋ ਸਕਦਾ ਕਿਸੇ ਦੇ ਨੇ ਕੀਤੇ ਹੋਣ। ਤੇ ਜੇ ਕਿਸੇ ਦੇ ਵੀ ਨਹੀਂ ਕੀਤੇ ਤੇ ਫਿਰ ਰੱਬ ਨੇ ਕੀਤੇ ਨੇ। ਤੇ ਰੱਬ ਕਿੱਥੇ ਗਿਆ ਹੈ? ਜੇ ਉਹਨੇ ਪਹਿਲਾਂ ਉੱਥੇ ਬਰਫ਼ ਰੱਖੀ ਹੈ ਉਹ ਮੁੜ ਕੇ ਵੀ ਰੱਖ ਸਕਦਾ ਹੈ। ਸਮੁੰਦਰ ਕਿਹਨੇ ਬਣਾਇਆ ਹੈ? ਚਸ਼ਮੇ ਸੋਮੇ ਕਿਹਨੇ ਬਣਾਏ ਨੇ?
ਇਹ ਨਦੀਆਂ ਦਰਿਆ ਕਿੰਨੇ ਬਣਾਏ ਨੇ? ਇਹ ਤਾਰੇ ਚੰਦਰਮਾ ਸੂਰਜ ਇਹ ਕਿਸ ਨੇ ਬਣਾਏ ਨੇ? ਜਿਹਨੇ ਪਹਿਲਾਂ ਬਣਾਏ ਨੇ ਫਿਰ ਬਣਾ ਲੇਗਾ। ਉਹਦੇ ਵਾਸਤੇ ਕੀ ਔਖਾ ਹੈ? ਉਹ ਤੇ ਭੰਨਣ ਘੜਨ ਸਮਰੱਥ ਹੈ। ਸਿਰਫ ਇੰਨਾ ਪਤਾ ਕਰ ਲਓ ਕਿ ਜਗਤ ਪੈਦਾ ਕਿੰਨੇ ਕੀਤਾ ਹੈ। ਅਸੀਂ ਤੇ ਕਿਸੇ ਨੇ ਇੱਕ ਚੀਜ਼ ਪੈਦਾ ਕੀਤੀ, ਉਹਦੇ ਪਿੱਛੇ ਹੀ ਸਾਰੀ ਸਾਡੀ ਉਮਰ ਲੰਘ ਜਾਂਦੀ ਹੈ, ਉਹਦੇ ਹੀ ਗੁਣ ਗਣਾਉਂਦੇ ਰਹਿੰਦੇ ਅਸੀਂ। ਨਹੀਂ, ਸ੍ਰਿਸ਼ਟੀ ਕਿੰਨੇ ਪੈਦਾ ਕੀਤੀ? ਸਭ ਜਗ ਜਿਨੇ ਉਪਾਇਆ ਭਾਈ, ਇਹ ਚੇਤਾ ਰੱਖਣਾ। ਅਗਲੀ ਗੱਲ, ਕਰਨ ਕਾਰਨ ਸਮਰੱਥ। ਉਹ ਕਰਨ ਵਾਲਾ ਵੀ ਹੈ, ਉਹ ਕਰਾਉਣ ਵਾਲਾ ਵੀ ਹੈ, ਉਹ ਸਮਰੱਥ ਹੈ। ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਹੈ, ਕੋਈ ਊਣਤਾਈ ਨਹੀਂ ਹੈ। ਹਾਂਜੀ। ਜਿਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਜਿੰਦ ਪਾ ਕੇ ਜਿਨੇ ਸਰੀਰ ਦਿੱਤਾ ਹੈ, ਅਗਰ ਉਹ ਆਪਣੀ ਆਤਮਾ ਦੀ ਸੱਤਿਆ ਨਾ ਦੇਵੇ ਤਾਂ ਕੀ ਇਹ ਸਰੀਰ ਜੀਵਤ ਰਹਿ ਸਕਦਾ ਹੈ? ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ। ਆਪਾਂ ਕਿੱਥੇ ਚਲੇ ਗਏ? ਰੱਬ ਨੂੰ ਮੰਨਣ ਵਾਲੇ, ਪੂਜਾ ਕਾਲ ਕੀ ਕਰਨ ਵਾਲੇ, ਇੱਕ ਓਂਕਾਰ ਦੇ ਪੁਜਾਰੀ ਅੱਜ ਕਿੱਥੇ ਆ ਗਏ? ਅੱਜ ਅਮੂਮਨ ਤੁਸੀਂ ਕਿਸੇ ਦੇ ਘਰ ਜਾਓਗੇ, ਤੁਹਾਨੂੰ ਕੋਈ ਫੋਟੋ ਮਿਲੇਗੀ। ਇਹ ਕਿਹਨਾਂ ਦੀ ਫੋਟੋ ਹੈ ਜੀ? ਕਹਿੰਦੇ ਜੀ ਬਸ ਜੀ ਇਹਨਾਂ ਦੀ ਕਿਰਪਾ ਹੈ। ਪੁੱਛੋ ਇਹਨਾਂ ਦੀ ਕਿਰਪਾ ਨਾਲ ਕੀ ਹੋਇਆ ਜੀ? ਸਭ ਕੁਝ ਹੋਇਆ ਜੀ। ਪੁੱਛੋ ਇੱਕ ਤੇ ਕਦੋਂ ਤੁਹਾਨੂੰ ਮਿਲੇ? ਇਹ ਜੀ ਸਾਡੇ ਪਿਤਾ ਜੀ ਨੂੰ ਮਿਲੇ ਸੀ। ਪੁੱਛੋ ਵੀ ਤੁਹਾਡੇ ਦਾਦਾ ਜੀ ਦੇ ਵੇਲੇ ਕੰਮ ਕਿਵੇਂ ਚੱਲਦਾ ਸੀ? ਮਤਲਬ ਕਿਰਪਾ ਤੇ ਉਦੋਂ ਹੋਈ ਨਾ ਜਦੋਂ ਇਹ ਫੋਟੋ ਘਰ 'ਚ ਆਈ ਹੈ। ਜਿਹੜੀ ਉਸ ਤੋਂ ਪਹਿਲੀਆਂ ਤੁਹਾਡੀਆਂ ਪੀੜ੍ਹੀਆਂ ਸੀ ਉਹ ਕੀ ਕਰਦੀਆਂ ਸੀ? ਮਤਲਬ ਉਹ ਤਵੇ ਦੀ ਰੋਟੀ ਨਹੀਂ ਸੀ ਖਾਂਦੀਆਂ, ਤਵਾ ਚੱਟ ਕੇ ਗੁਜ਼ਾਰਾ ਕਰਦੀਆਂ ਸੀ। ਉਸ ਤੋਂ ਪਹਿਲਾਂ ਤੁਹਾਡੇ ਤੇ ਕੌਣ ਕਿਰਪਾ ਕਰਦਾ ਸੀ? ਮੈਂ ਫਿਰ ਬੇਨਤੀ ਕਰਾਂ, ਹਰ ਮਹਾਂਪੁਰਖ ਪੂਜਣਯੋਗ ਹੈ, ਸਨਮਾਨਣਯੋਗ ਹੈ, ਪਰ ਅਰਥ ਗੁਰਬਾਣੀ ਦੇ ਵਿੱਚੋਂ ਸਮਝ ਲਓ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਹਰ ਮਹਾਂਪੁਰਖ ਦੀ ਵਡਿਆਈ ਇੰਨੀ ਹੈ ਕਿ ਉਹ ਤੁਹਾਨੂੰ ਅੰਮ੍ਰਿਤ ਛਕਣ ਲਈ ਪ੍ਰੇਰੇ, ਉਹ ਤੁਹਾਨੂੰ ਬਾਣੀ ਪੜ੍ਹਨ ਲਈ ਪ੍ਰੇਰੇ, ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ। ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਦਾ, ਤੁਸੀਂ ਕਿਵੇਂ ਮੰਨ ਲਿਆ ਕਿ ਭਾਈ ਉਹ ਵੀ ਤੁਹਾਡਾ ਕੋਈ ਮਾਰਗਦਰਸ਼ਕ ਹੋ ਸਕਦਾ ਹੈ? ਇਹ ਜਿੰਦ ਤੁਹਾਨੂੰ ਕਿੰਨੇ ਦਿੱਤੀ? ਸਰੀਰ ਤੁਹਾਨੂੰ ਕਿੰਨੇ ਦਿੱਤਾ? ਇਹਦੇ ਵਿੱਚ ਵੱਥ ਸਤਿਆ ਆਤਮਾ ਜਿਹੜੀ ਉਹ ਕਿੰਨੇ ਰੱਖੀ ਹੋਈ ਹੈ? ਜਿਹਨੇ ਰੱਖੀ ਹੈ ਉਹਨੇ ਸਾਰਾ ਜਗਤ ਪੈਦਾ ਕੀਤਾ ਹੈ। ਹਾਂਜੀ। ਕਿਨ ਕਹੀਆ ਕਿਉ ਦੇਖੀਆ ਭਾਈ, ਕਰਤਾ ਏਕ ਅਕਥ। ਉਸ ਪ੍ਰਭੂ ਪਰਮਾਤਮਾ ਨੂੰ ਨਹੀਂ ਕਿਹਾ ਜਾ ਸਕਦਾ। ਉਸ ਪ੍ਰਭੂ ਪਰਮਾਤਮਾ ਨੂੰ ਇਹਨਾਂ ਬਾਹਰੀ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਉਹ ਪਰਮਾਤਮਾ ਅਕਥ ਹੈ, ਉਹ ਸਾਡੇ ਸ਼ਬਦਾਂ ਦੇ ਵਿੱਚ ਕਦੇ ਬੱਧਾ ਨਹੀਂ ਜਾ ਸਕਦਾ। ਹਾਂਜੀ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਇੱਕੋ ਰਸਤਾ ਬਾਕੀ ਬਚਦਾ ਹੈ, ਜਿਹੜਾ ਗੋਬਿੰਦ ਰੂਪ ਗੁਰੂ ਹੈ, ਰੱਬ ਦਾ ਰੂਪ ਗੁਰੂ ਹੈ। ਦੇਖੋ ਇੱਕ ਸਟੇਜ ਐਸੀ ਹੈ ਜਿੱਥੇ ਗੁਰੂ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ। ਹਾਲਾਂਕਿ ਸੱਚ ਹੈ ਕਿ ਜਿਹੜਾ ਨਿਰਗੁਣ ਰੂਪ ਹੈ ਉਹ ਵਾਹਿਗੁਰੂ ਹੈ, ਜਿਹੜਾ ਸਰਗੁਣ ਰੂਪ ਹੈ ਉਹ ਗੁਰੂ ਹੈ। ਮੈਂ ਤਾਂ ਹਮੇਸ਼ਾ ਇੱਥੇ ਆ ਕੇ ਬੇਨਤੀ ਕਰਦਾ, ਜਦੋਂ ਤੁਸੀਂ ਗੁਰੂ ਕਹੋਗੇ ਤੇ ਗੁਰੂ ਦੇ ਅਰਥ ਗੁਰੂ ਨਾਨਕ ਨੇ। ਪਰ ਕੋਈ ਸੱਜਣ ਮੈਨੂੰ ਵਾਹਿਗੁਰੂ ਦੇ ਅਰਥ ਗੁਰੂ ਨਾਨਕ ਕਰ ਦੇਵੇ, ਮੈਂ ਤਾਂ ਉਹਦੇ ਅੱਗੇ ਹੱਥ ਜੋੜ ਦਿਆਂਗਾ। ਵਾਹਿਗੁਰੂ ਦੇ ਅਰਥ ਗੁਰੂ ਨਾਨਕ ਨਹੀਂ। ਗੁਰੂ ਤੇ ਵਾਹਿਗੁਰੂ ਵਿੱਚ ਇੰਨਾ ਕੁ ਆਪਾਂ ਅੰਤਰ ਸਮਝ ਲਈਏ। ਵਾਹਿਗੁਰੂ ਕੌਣ ਹੈ? ਜਿਹਦਾ ਗੁਰੂ ਨੇ ਗਿਆਨ ਦਿੱਤਾ ਹੈ। ਸਾਨੂੰ ਗੁਰੂ ਨੇ ਦੱਸਿਆ ਵਾਹਿਗੁਰੂ ਕੌਣ ਹੈ। ਜੇ ਗੁਰੂ ਨਾਨਕ ਸਾਹਿਬ ਨਾ ਆਉਂਦੇ, ਅਸੀਂ ਤੇ ਪਿੱਪਲਾਂ ਦੀ ਪੂਜਾ, ਜੰਡੀਆਂ ਦੀ ਪੂਜਾ, ਕਿੱਕਰਾਂ ਦੀ ਪੂਜਾ, ਮੜੀਆਂ ਦੀ ਪੂਜਾ, ਪਤਾ ਨਹੀਂ ਕਿਹੜੀ ਕਿਹੜੀ ਪੂਜਾ ਕਰਦੇ ਸੀ। ਚੂਹਿਆਂ ਦੀ ਪੂਜਾ, ਸੱਪਾਂ ਦੀ ਪੂਜਾ, ਪਤਾ ਨਹੀਂ ਕਿਹੜੀ ਕਿਹੜੀ ਪੂਜਾ ਕਰਦੇ ਸੀ। ਮੈਂ ਤੇ ਇੱਕ ਦਿਨ ਬੰਗਲਾ ਸਾਹਿਬ ਵੀ ਬੇਨਤੀ ਕੀਤੀ ਵੀ ਇੱਕ ਮੇਰੇ ਵਰਗਾ ਪੁਜਾਰੀ ਸੀ ਮੰਦਿਰ 'ਚ ਬੈਠਾ, ਤੇ ਉਧਰੋਂ ਕੋਈ ਭਗਤ ਆ ਗਿਆ ਤੇ ਉਹਨੇ 1 ਰੁਪਈਆ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਮੱਥਾ ਟੇਕਿਆ। ਤੇ ਪੁਜਾਰੀ ਜਿਹੜਾ ਸੀ ਉਹਨੇ ਸੋਚਿਆ ਵੀ ਦਿਹਾੜੀ ਬਣਾ ਲਈਏ ਥੋੜੀ ਜੀ। ਕਹਿਣ ਲੱਗਾ ਵੀ ਆਹ ਕੀ ਗੱਲ ਬਈ, 33 ਕਰੋੜ ਦੇਵੀ ਦੇਵਤੇ ਤੇ ਭੇਟਾ 1 ਰੁਪਈਆ। ਹੁਣ ਮੈਂ ਸੋਚਿਆ ਵੀ ਮੈਂ ਬੜਾ ਸਿਆਣਾ, ਮੈਂ ਮੇਰੇ ਵਰਗਾ ਪੁਜਾਰੀ ਸੀ ਉਹ।
ਉਹ ਭਗਤ ਸ਼ਾਇਦ ਹੋ ਸਕਦਾ ਮੇਰੇ ਤੋਂ ਵੀ ਅੱਗੇ ਸੀ। ਉਹ ਕਹਿੰਦਾ ਜੀ ਪੁਜਾਰੀ ਸਾਹਿਬ ਗੱਲ ਹੀ ਕੋਈ ਨਹੀਂ, ਤੁਸੀਂ ਏਦਾਂ ਕਰੋ ਦੇਵਤਿਆਂ ਦੇ ਨਾਮ ਬੋਲੀ ਜਾਓ, ਮੈਂ ਰੁਪਈਆ ਮੱਥਾ ਟੇਕੀ ਜਾਣਾ। ਹੁਣ ਪੁਜਾਰੀ ਸਾਹਿਬ ਸੱਜੇ ਖੱਬੇ ਵੇਖਣ ਵੀ 33 ਕਰੋੜ ਨਾ ਕਿੱਥੋਂ ਲਿਆਉਣੇ ਨੇ, ਆਉਂਦੇ ਉਹਨੂੰ ਵੀ ਨਹੀਂ ਸੀ, ਉਹਨੂੰ ਕਿਹੜਾ ਆਉਂਦੇ ਨੇ। ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ, ਤੁਸੀਂ ਨਾ ਲਈ ਚੱਲੋ, ਮੈਂ ਰੁਪਈਆ ਮੱਥਾ ਟੇਕੀ ਜਾਣਾ। ਹਾਲਾਤ ਇਹ ਨੇ। ਅਸੀਂ ਇਹ ਗੱਲ ਸਮਝ ਲਈਏ, ਗੁਰੂ ਦਾ ਅਰਥ ਗੁਰੂ ਨਾਨਕ ਹੈ। ਅਗਰ ਗੁਰੂ ਧਰਤੀ ਤੇ ਨਾ ਆਉਂਦਾ, ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਲੱਖਾਂ ਹਜ਼ਾਰਾਂ ਚੰਦਰਮਾ ਸੂਰਜ ਚੜ ਜਾਂਦੇ, ਗੁਰੂ ਤੋਂ ਬਿਨਾਂ ਗਿਆਨ ਨਹੀਂ ਸੀ ਮਿਲਣਾ। ਇਸ ਕਰਕੇ ਭਾਈ ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੇ ਤਤ। ਨਿਚੋੜ ਸਾਰ ਕੀ ਹੈ, ਤੱਥ ਕੀ ਹੈ, ਇਹ ਤਾਂ ਗੁਰੂ ਦੱਸੇਗਾ। ਇਹ ਤਾਂ ਗੁਰੂ ਨੇ ਸਮਝਾਇਆ ਹੈ ਕਿ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸ਼ੀ, ਤੈ ਪਰਮੇਸ਼ਰ ਜਾਨੋ। ਇਹ ਮੂਲ ਮੰਤਰ ਸਾਨੂੰ ਗੁਰੂ ਦੇ ਗਿਆ ਕਿ ਉਹ ਅਜੂਨੀ ਹੈ, ਉਹ ਸਹਿ ਭੰਗ ਹੈ, ਉਹ ਗੁਰ ਪ੍ਰਸਾਦ ਹੈ। ਅਸੀਂ ਇਹਨੂੰ ਪੜਨ ਵਾਲੇ ਪਾਸੇ ਨਹੀਂ ਤੁਰੇ, ਇਹਦੇ ਅਰਥ ਸਮਝਣ ਵਾਲੇ ਪਾਸੇ ਨਹੀਂ ਤੁਰੇ। ਇੱਕ ਇੱਕ ਵਿਸ਼ੇਸ਼ਣ ਹੈ, ਉਹ ਨਿਰਭਉ ਹੈ, ਉਹ ਡਰਦਾ ਹੀ ਨਹੀਂ ਕਿਸੇ ਕੋਲੋਂ, ਉਹ ਨਿਰਵੈਰ ਹੈ, ਉਹ ਕਿਸੇ ਦਾ ਦੁਸ਼ਮਣ ਨਹੀਂ ਹੈ। ਪਰ ਅਸੀਂ ਸਾਰੇ ਰੱਬ ਨੂੰ ਦੁਸ਼ਮਣ ਮੰਨਦੇ ਹਾਂ, ਕਿਉਂਕਿ ਜਦੋਂ ਸਾਡਾ ਕੰਮ ਖਲੋ ਜਾਂਦਾ ਹੈ ਅਸੀਂ ਕਹਿੰਦੇ ਆ ਪਤਾ ਨਹੀਂ ਰੱਬ ਨੂੰ ਸਾਡੇ ਨਾਲ ਕੀ ਦੁਸ਼ਮਣੀ ਹੈ। ਨਹੀਂ, ਰੱਬ ਹੈ ਹੀ ਨਹੀਂ ਦੁਸ਼ਮਣ ਕਿਸੇ ਦਾ, ਦੁਸ਼ਮਣ ਸਾਡੇ ਕਰਮ ਨੇ, ਰੱਬ ਸਾਡਾ ਦੁਸ਼ਮਣ ਨਹੀਂ ਹੈ। ਮੂਲ ਮੰਤਰ ਨੂੰ ਪੜ੍ਹੀਏ ਫਿਰ ਪਤਾ ਲੱਗਦਾ ਰੱਬ ਹੈ ਕੌਣ ਹੈ। ਹਰ ਬੰਦਾ ਕਹੀ ਜਾਂਦਾ ਜੀ ਮੈਂ ਤਾਂ ਉਹਦੀ ਭਗਤੀ ਕਰਦਾ, ਤੈਨੂੰ ਉਹਦੇ ਸੁਭਾਅ ਬਾਰੇ ਪਤਾ ਹੈ? ਅਫਸਰ ਹੁੰਦਾ ਉਹਦਾ ਸੁਭਾਅ ਹੁੰਦਾ ਹੈ, ਮਾਂ ਹੁੰਦੀ ਉਹਦਾ ਸੁਭਾਅ ਹੁੰਦਾ ਹੈ, ਬਾਪ ਹੁੰਦਾ ਉਹਦਾ ਸੁਭਾਅ ਹੁੰਦਾ ਹੈ, ਈਵਨ ਤੁਹਾਡੀ ਘਰ ਵਾਲੀ ਉਹਦਾ ਵੀ ਇੱਕ ਸੁਭਾਅ ਹੈ। ਤੁਹਾਡੀ ਹਿੰਮਤ ਹੈ ਵੀ ਹਰ ਗੱਲ ਤੁਸੀਂ ਕਹਿ ਲੋਗੇ? ਪਹਿਲਾਂ ਵੇਖਦੇ ਹੋ ਵੀ ਅੱਜ ਕੱਲ ਨਾ ਫੋਨ 'ਚ ਇੱਕ ਵਰਡ ਆਉਂਦਾ, ਉਹ ਹੈਗਾ ਮੂਡ, ਕਿ ਫੋਨ ਨੂੰ ਤੁਸੀਂ ਸਾਇਲੈਂਟ ਮੂਡ ਤੇ ਕਰਨਾ ਹੈ ਕਿ ਉਹਨੂੰ ਰਿੰਗ ਮੂਡ ਤੇ ਕਰਨਾ ਹੈ। ਘਰ ਵਾਲੀ ਦਾ ਵੀ ਜਾ ਕੇ ਪਹਿਲਾਂ ਤੁਹਾਨੂੰ ਮੂਡ ਵੇਖਣਾ ਪੈਣਾ ਵੀ ਇਸ ਵੇਲੇ ਕਿਹੜੇ ਸੁਭਾਅ 'ਚ ਬੈਠੀ ਹੈ, ਵੀ ਚਾਹ ਮੰਗੀਏ ਕਿ ਨਾ ਮੰਗੀਏ, ਪ੍ਰਸ਼ਾਦੇ ਦਾ ਕਹੀਏ ਕਿ ਨਾ ਕਹੀਏ। ਅਸੀਂ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੈ। ਇੰਨੀ ਵੱਡੀ ਗੁਰਬਾਣੀ ਗੁਰੂ ਨੇ ਸਾਨੂੰ ਦਿੱਤੀ ਹੈ, ਪਰ ਇਹ ਤਾਂ ਹੋਵੇ ਜੇ ਬਾਣੀ ਨੂੰ ਗੁਰੂ ਮੰਨੀਏ ਤਾਂ। ਬਾਣੀ ਤੇ ਇੱਕ ਪਾਠ ਬਣ ਗਿਆ, ਇੱਕ ਸਹਿਜ ਪਾਠ ਹੋ ਗਿਆ, ਇੱਕ ਸਤਪਾਹ ਪਾਠ ਹੋ ਗਿਆ, ਇੱਕ ਅਖੰਡ ਪਾਠ ਹੋ ਗਿਆ। ਅਸੀਂ ਇਹਨੂੰ ਪਾਠ ਬਣਾ ਲਿਆ ਗੁਰਬਾਣੀ ਨੂੰ, ਵੀ ਇਹ ਤਾਂ ਪਾਠ ਹੈ। ਹੁਣ ਗੁਰੂ ਲੱਭਣ ਵਾਸਤੇ ਅਸੀਂ ਬਾਹਰ ਤੁਰ ਪਏ। ਨਹੀਂ, ਗੁਰਬਾਣੀ ਹੀ ਗੁਰੂ ਹੈ। ਇਹਦਾ ਪੜ੍ਹਨ ਪੜਾਉਣ ਦਾ ਮਹਾਤਮ ਹੀ ਇਹ ਸੀਗਾ ਕਿ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਇਹ ਗੁਰੂ ਦਾ ਵਾਤਾਵਰਣ ਬਣਿਆ ਰਹਿਣਾ ਚਾਹੀਦਾ ਹੈ, ਇਹ ਔਰਾ ਬਣਿਆ ਰਹਿਣਾ ਚਾਹੀਦਾ ਹੈ, ਤੁਸੀਂ ਉਹਦੇ ਚੋਂ ਬਾਹਰ ਨਹੀਂ ਨਿਕਲਣੇ ਚਾਹੀਦੇ। ਹਾਂਜੀ, ਮੇਰੇ ਮਨ ਜਪਿਆ ਹਰ ਭਗਵੰਤਾ। ਐ ਮੇਰੇ ਮਨ, ਉਹ ਜਿਹੜਾ ਭਗਵੰਤ ਹੈ, ਪਰਮਾਤਮਾ ਜਿਹੜਾ ਹੈ, ਉਹਦਾ ਸਿਮਰਨ ਕਰਿਆ ਕਰ। ਜਦੋਂ ਵੀ ਤੁਸੀਂ ਰੱਬ ਦਾ ਨਾਮ ਲੈਣਾ ਹੈ ਨਾ, ਇਹ ਪਤਾ ਕਰਿਓ ਵੀ ਇਹ ਕਿਸੇ ਬੰਦੇ ਦਾ ਨਾਮ ਨਹੀਂ ਹੋਣਾ ਚਾਹੀਦਾ। ਪਰਮਾਤਮਾ ਜਿਹੜਾ ਹੈ, ਉਹਦੇ ਜਿੰਨੇ ਵੀ ਅਸੀਂ ਨਾਮ ਲੈਣੇ ਉਹ ਸਾਰੇ ਕਿਰਤਮ ਨਾਮ ਨੇ। ਕਿਰਤਮ ਨਾਮ ਕਥੈ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਹਾਂਜੀ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਉਹ ਪਰਮਾਤਮਾ ਸਾਨੂੰ ਨਾਮ ਦਾਨ ਦਿੰਦਾ ਹੈ, ਸਾਡੇ ਸਾਰੇ ਦੁੱਖ ਹਰਨ ਦੇ, ਕੱਟਣ ਦੇ ਉਹ ਸਮਰੱਥ ਹੈ। ਹਾਂਜੀ, ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ। ਜਿਸ ਪਰਮਾਤਮਾ ਦੇ ਘਰ ਵਿੱਚ ਸਭ ਕੁਝ ਹੈ, ਜਿਸ ਪਰਮਾਤਮਾ ਦੇ ਖਜ਼ਾਨੇ ਭਰੇ ਪਏ ਨੇ, ਕੋਈ ਟੋਟਾ ਹੈ ਹੀ ਨਹੀਂ, ਕੋਈ ਕਮੀ ਨਹੀਂ ਹੈ। ਇਹ ਮਤ ਸੋਚਣਾ ਵੀ ਮੈਂ ਜੇ ਪਿੱਛੇ ਰਹਿ ਗਿਆ ਤੇ ਮੈਨੂੰ ਨਹੀਂ ਮਿਲੇਗਾ ਨਾ, ਉਹਦੇ ਘਰ ਕਦੇ ਕਮੀ ਹੈ ਹੀ ਨਹੀਂ। ਇਹ ਤਾਂ ਸੋਚੀਏ ਨਾ ਵੀ ਜੇ ਉਹਦੇ ਖਜ਼ਾਨੇ ਅਖੁੱਟ ਨਾ ਹੋਣ ਤਾਂ ਉਹ ਤਾਂ ਅਖੁੱਟ ਖਜ਼ਾਨੇ ਨੇ, ਖੁੱਟਦੇ ਹੀ ਨਹੀਂ ਕਦੇ। ਹਾਂਜੀ, ਤਿਸ ਕੀ ਕੀਮਤ ਨਾ ਪਵੈ ਭਾਈ, ਊਚਾ ਅਗਮ ਅਪਾਰ। ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਉੱਚਾ ਹੈ, ਉਹ ਅਗੰਮ ਹੈ, ਉਹ ਅਪਾਰ ਹੈ। ਹਾਂਜੀ,
ਜੀ ਜੰਤ ਪ੍ਰਤਪਾਲਦਾ ਪਾਏ ਨਿਤ ਨਿਤ ਕਰਦਾ ਸਾਰ। ਉਹ ਸਾਨੂੰ ਜੀਵਾਂ ਨੂੰ ਜਨਮ ਵੀ ਦਿੰਦਾ ਹੈ, ਸਾਡੀ ਪਰਵਰਿਸ਼ ਵੀ ਕਰਦਾ ਹੈ ਔਰ ਸਾਡੀ ਸੰਭਾਲ ਵੀ ਕਰਦਾ ਹੈ। ਹਮੇਸ਼ਾ ਅਸੀਂ ਉਹਦੀ ਨਜ਼ਰ ਵਿੱਚ ਆ, ਹਮੇਸ਼ਾ ਅਸੀਂ ਉਹਦੇ ਧਿਆਨ ਵਿੱਚ ਆ। ਮਾਂ ਜਿਹੜੀ ਹੈ ਨਾ, ਤੁਸੀਂ ਕੀ ਸੋਚਦੇ ਵੀ ਮਾਂ ਸਿਰਫ 3 ਟਾਈਮ ਰੋਟੀ ਦਿੰਦੀ ਹੈ? ਨਾ, ਮਾਂ ਨੂੰ ਹਰ ਵਕਤ ਬੱਚੇ ਦੀ ਖਬਰ ਹੁੰਦੀ ਹੈ। ਔਰ ਤੁਸੀਂ ਨੋਟ ਕਰਿਓ, ਆਪਾਂ ਸਾਰੇ ਅਖੀਰ ਮਾਂ ਤੋਂ ਹੀ ਪੈਦਾ ਹੋਏ ਆ। ਚਲੋ ਸਾਡੀਆਂ ਮਾਵਾਂ ਕੋਲ ਟੈਲੀਫੋਨ ਨਹੀਂ ਸੀ ਹੁੰਦੇ, ਪਰ ਅੱਜ ਤੁਸੀਂ ਵੇਖੋ ਕਿ ਜਿੰਨੀ ਵਾਰੀ ਦਿਨ 'ਚ ਬੱਚੇ ਨੂੰ ਮਾਂ ਦਾ ਫੋਨ ਆਉਂਦਾ, ਬਾਪ ਦਾ ਨਹੀਂ ਆਉਂਦਾ। ਉਹ ਤੁਹਾਡੀ ਹਰ ਮੂਵਮੈਂਟ ਤੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹੈ। ਘੜੀ ਘੜੀ ਪੁੱਛੇਗੀ ਹੁਣ ਕਿੱਥੇ ਹੈ ਤੂੰ। ਤੁਸੀਂ ਕਹੀ ਵੀ ਜਾਵੋ ਸਕੂਲ 'ਚ, ਕੀ ਕਰਦਾ ਹੈ ਤੂੰ? ਦੱਸੋ, ਹੱਦ ਹੋ ਗਈ ਵੀ ਬੀਬੀ ਬਸ ਕਰ, ਮੈਂ ਪੜ੍ਹਦਾ ਆ। ਕੀ ਪੜ੍ਹਦਾ ਤੂੰ? ਇਹਨੂੰ ਮਾਂ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਧਿਆਨ ਕਰਨਾ, ਇਹਨੂੰ ਕਹਿੰਦੇ ਨੇ ਸਾਰ ਲੈਣੀ। ਤੂੰ ਰੋਟੀ ਖਾ ਲਈ ਹੈ? ਮੈਂ ਖਾ ਲਈ ਹੈ। ਨਹੀਂ ਖਾਧੀ ਹੋਣੀ, ਮਤਲਬ ਉਹਦਾ ਵਸ ਚਲੇ ਤੇ ਵੀਡੀਓ ਕਾਲ ਕਰਕੇ ਕਵੇ ਵੀ ਡੱਬਾ ਵਿਖਾ ਖਾਲੀ ਹੋਇਆ ਕਿ ਅਜੇ ਨਾਲ ਹੀ ਚੁੱਕੀ ਫਿਰਦਾ। ਪਰਮਾਤਮਾ ਕੇਵਲ ਸਾਨੂੰ ਰੋਟੀ ਨਹੀਂ ਦਿੰਦਾ, ਉਹ ਸਾਡੀ ਸਾਰ ਵੀ ਲੈਂਦਾ ਹੈ, ਉਹ ਸਾਡੀ ਸੰਭਾਲ ਵੀ ਕਰਦਾ, ਉਹ ਸਾਨੂੰ ਆਪਣੇ ਧਿਆਨ 'ਚ ਰੱਖਦਾ ਹੈ ਵੀ ਕੀ ਹੋ ਰਿਹਾ ਹੈ। ਕਦੇ ਤੁਹਾਡੇ ਬਾਪ ਨੇ ਤੁਹਾਡਾ ਕਮਰਾ ਨਹੀਂ ਚੈੱਕ ਕੀਤਾ ਹੋਏਗਾ ਬਾਹਰ ਖਲੋ ਕੇ। ਤੁਹਾਡੀ ਮਾਂ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਸੁਣਦੀ ਹੈ ਵੀ ਅਜੇ ਪੜ੍ਹੀ ਜਾਂਦਾ ਕਿ ਸੌਂ ਗਿਆ, ਕਿਤੇ ਖੇਡਣ ਤੇ ਨਹੀਂ ਲੱਗ ਗਿਆ, ਕਿਸੇ ਨਾਲ ਗੱਲਾਂ ਤੇ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਧਿਆਨ ਕਰਨਾ। ਤੁਸੀਂ ਉਹਦੇ ਧਿਆਨ ਵਿੱਚ ਹੋ ਕਿ ਉਹ ਪ੍ਰਮਾਤਮਾ ਨੂੰ ਪਤਾ ਹੈ ਤੁਸੀਂ ਕਦੋਂ ਭੁੱਖੇ ਹੋ, ਕਦੇ ਰੋਜੇ ਹੋ, ਕਦੋਂ ਤੁਸੀਂ ਦੁੱਖ ਵਿੱਚ ਹੋ, ਕਦੇ ਸੁੱਖ ਵਿੱਚ ਹੋ। ਉਸ ਪ੍ਰਮਾਤਮਾ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ, ਉਹ ਵਿਣ ਬੋਲਿਆ ਸਭ ਕੁਝ ਜਾਣਦਾ। ਹਾਂਜੀ, ਸਤਿਗੁਰ ਪੂਰਾ ਭੇਟੀਆ ਪਾਏ ਸ਼ਬਦ ਮਿਲਾਵਨ ਹਾਰ। ਗੁਰੂ ਪੂਰੇ ਨੂੰ ਮਿਲੋ, ਗੁਰੂ ਪੂਰੇ ਨੂੰ ਪ੍ਰਾਪਤ ਕਰੋ। ਗੁਰੂ ਤੁਹਾਨੂੰ ਸ਼ਬਦ ਨਾਲ ਜੋੜੇਗਾ, ਗੁਰੂ ਬਾਣੀ ਨਾਲ ਜੋੜ ਕੇ ਤੁਹਾਨੂੰ ਰੱਬ ਨਾਲ ਮਿਲਾਏਗਾ। ਹਾਂਜੀ, ਸੱਚੇ ਚਰਨ ਸ੍ਰੇਵੀਐ ਪਾਏ ਭ੍ਰਮ ਪਾਉ ਹੋਵੈ ਨਾਸ। ਉਸ ਸੱਚੇ ਪ੍ਰਮਾਤਮਾ ਦੇ ਚਰਨਾਂ ਦੇ ਸੇਵਕ ਬਣੋ, ਤੁਹਾਡੇ ਭਰਮ ਕੱਟੇ ਜਾਣਗੇ, ਤੁਹਾਡਾ ਡਰ ਮੁੱਕ ਜਾਏਗਾ। ਮਿਲ ਸੰਤ ਸਭਾ ਮਨ ਮਾਂਜੀਆ ਪਾਏ ਹਰ ਕਾ ਨਾਮ ਨਿਵਾਸ। ਰੱਬ ਦੇ ਪਿਆਰੇ ਮਿਲਣ ਤੇ ਉਹਨਾਂ ਦੀ ਸਭਾ ਵਿੱਚ ਆਪਣਾ ਮਨ ਮਾਂਜਿਓ, ਕਿਤੇ ਬਾਬਾ ਹੀ ਨਾ ਮਾਂਜਣ ਲੱਗ ਜਾਇਓ। ਅਸੀਂ ਇਦਾਂ ਹੀ ਕਰਦੇ, ਜਦੋਂ ਇਕੱਠੇ ਹੋ ਜਾਂਦੇ ਉਦੋਂ ਇੱਕ ਬੰਦਾ ਮਾਂਜਦੇ ਨੇ ਅਸੀਂ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਭਾਂਡੇ ਮਾਂਜਦੇ ਬੰਦਾ ਮਾਂਜਦੇ ਨੇ, ਤੇ ਝਾੜੂ ਮਾਰਦੇ ਬੰਦਾ ਹੀ ਝਾੜ ਦਿੰਦੇ ਅਸੀਂ। ਨਹੀਂ, ਅਸੀਂ ਇਸ ਅਵਸਥਾ ਚੋਂ ਬਾਹਰ ਆਈਏ। ਜਦੋਂ ਵੀ ਕਿਤੇ ਬੈਠੋ ਉਦੋਂ ਆਪਣੇ ਮਨ ਨੂੰ ਕੋਸੋ। ਜਦੋਂ ਆਲਾ ਦੁਆਲਾ ਵੇਖੋ ਫਿਰ ਵੇਖੋ ਮੈਂ ਕਿੱਥੇ ਖਲੋਤਾ ਹਾਂ। ਆਪਣੀ ਪੀੜੀ ਥੱਲੇ ਸੋਟੀ ਮਾਰਨੀ ਹੈ। ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਹਾਂਜੀ, ਮਿਟੈ ਅੰਧੇਰਾ ਅਗਿਆਨਤਾ ਪਾਏ ਕਮਲ ਹੋਵੈ ਪ੍ਰਗਾਸ। ਇਉਂ ਅੰਧੇਰਾ ਮਿਟੇਗਾ, ਇਉਂ ਤੁਹਾਡਾ ਅੰਦਰ ਦਾ ਕਮਲ ਫੁੱਲ ਖਿੜੇਗਾ। ਹਾਂਜੀ, ਗੁਰ ਬਚਨੀ ਸੁਖ ਉਪਜੈ ਪਾਏ ਸਭ ਫਲ ਸਤਿਗੁਰ ਪਾਸ। ਇਸ ਤਰ੍ਹਾਂ ਗੁਰੂ ਦੇ ਬਚਨਾਂ ਨਾਲ ਸੁਖ ਪੈਦਾ ਹੋਏਗਾ, ਪਰ ਇਹ ਸਭ ਕੁਝ ਸਤਿਗੁਰੂ ਦੇ ਕੋਲ ਹੈ, ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਹਾਂਜੀ, ਮੇਰਾ ਤੇਰਾ ਛੋਡੀਐ ਪਾਏ ਹੋਈਐ ਸਭ ਕੇ ਧੂਰ। ਇਸ ਮੇਰ ਤੇਰ ਨੂੰ ਛੱਡ ਕੇ ਜਦੋਂ ਅਸੀਂ ਸਾਰਿਆਂ ਦੇ ਚਰਨਾਂ ਦੀ ਧੂੜੀ ਬਣਾਂਗੇ। ਹਾਂਜੀ, ਘਾਟ ਘਾਟ ਬ੍ਰਹਮ ਪਸਾਰਿਆ ਪਾਏ ਵੇਖੈ ਸੁਣੈ ਹਜੂਰ। ਉਹ ਪ੍ਰਮਾਤਮਾ ਹਰ ਹਿਰਦੇ ਵਿੱਚ ਹੈ, ਹਰ ਥਾਂ ਤੇ ਹੈ। ਉਹ ਪ੍ਰਮਾਤਮਾ ਸਾਨੂੰ ਆਪਣੇ ਹਜੂਰ ਰੱਖ ਕੇ ਵੇਖਦਾ ਵੀ ਹੈ, ਸੁਣਦਾ ਵੀ ਹੈ। ਹਾਂਜੀ, ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਏ ਤਿਤ ਦਿਨ ਮਰੀਐ ਝੂਰ। ਜਦੋਂ ਪ੍ਰਮਾਤਮਾ ਵਿਸਰੇਗਾ ਉਦੋਂ ਹੀ ਅਸੀਂ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਹਾਂਜੀ, ਕਰਨ ਕਰਾਵਨ ਸਮਰਥੋ ਪਾਏ ਸਰਬ ਕਲਾ ਭਰਪੂਰ। ਉਹ ਪ੍ਰਮਾਤਮਾ ਆਪ ਹੀ ਕਰਨ ਕਰਾਉਣ ਦੇ ਸਮਰੱਥ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਹਾਂਜੀ, ਪ੍ਰੇਮ ਪਦਾਰਥ ਨਾਮ ਹੈ ਭਾਈ
ਮਾਇਆ ਮੋਹ ਬਿਨਾਸ਼। ਪਰਮਾਤਮਾ ਦਾ ਇਹ ਜਿਹੜਾ ਪ੍ਰੇਮ ਪਦਾਰਥ ਇਹ ਨਾਮ ਹੈ, ਇਹਦੇ ਨਾਲ ਮਾਇਆ ਦਾ ਮੋਹ ਜਿਹੜਾ ਹੈ ਇਹ ਖਤਮ ਹੋਵੇਗਾ। ਹਾਂਜੀ, ਤਿਸ ਭਾਵੈ ਤਾ ਮੇਲ ਲੈ ਪਾਏ, ਹਿਰਦੈ ਨਾਮ ਨਿਵਾਸ। ਪਰਮਾਤਮਾ ਭਾਵੇਗਾ ਤੇ ਸਾਨੂੰ ਆਪਣੇ ਨਾਲ ਮਿਲਾ ਲੇਗਾ, ਸਾਡੇ ਹਿਰਦੇ ਵਿੱਚ ਆਪਣਾ ਨਾਮ ਟਿਕਾ ਦੇਗਾ। ਗੁਰਮੁਖ ਕਮਲ ਪ੍ਰਗਾਸੀਐ ਭਾਏ, ਹਿਰਦੈ ਹੋਵੈ ਪ੍ਰਗਾਸ। ਗੁਰਮੁਖ ਦੇ ਹਿਰਦੇ ਦਾ ਕਮਲ ਫੁੱਲ ਖਿੜਦਾ ਹੈ, ਉਹਦੇ ਹਿਰਦੇ ਦੇ ਵਿੱਚ ਪ੍ਰਗਾਸ ਹੁੰਦਾ ਹੈ, ਚਾਨਣ ਹੁੰਦਾ ਹੈ। ਹਾਂਜੀ, ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਏ, ਮੌਲਿਆ ਧਰਤ ਆਕਾਸ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਜਦੋਂ ਉਸ ਪ੍ਰਭੂ ਪਰਮਾਤਮਾ ਦਾ ਪ੍ਰਤਾਪ ਪ੍ਰਗਟ ਹੁੰਦਾ ਹੈ ਤਾਂ ਫਿਰ ਮੌਲਿਆ ਧਰਤ ਆਕਾਸ਼, ਇਹ ਧਰਤੀ ਵੀ ਖਿੜਦੀ ਹੈ, ਆਕਾਸ਼ ਵੀ ਖਿੜਦਾ ਹੈ। ਮੌਲੀ ਧਰਤੀ, ਮੌਲਿਆ ਆਕਾਸ਼। ਹਾਂਜੀ, ਗੁਰ ਪੂਰੈ ਸੰਤੋਖਿਆ ਭਾਏ, ਅਹਨਿਸ ਲਾਗਾ ਭਾਉ। ਗੁਰੂ ਪੂਰੇ ਤੋਂ ਸੰਤੋਖ ਮਿਲੇਗਾ, ਗੁਰੂ ਪੂਰੇ ਤੋਂ ਦਿਨ ਰਾਤ ਵਾਹਿਗੁਰੂ ਦਾ ਪਿਆਰ ਮਿਲੇਗਾ। ਹਾਂਜੀ, ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸੁਆਉ। ਰਸਨਾ ਦੇ ਨਾਲ ਜਦੋਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਜਾ ਕੇ ਸਾਨੂੰ ਉਸ ਸੱਚੇ ਦਾ ਰਸ ਆਵੇਗਾ, ਸਵਾਦ ਆਵੇਗਾ। ਹਾਂਜੀ, ਕਰਨੀ ਸੁਣ ਸੁਣ ਜੀਵਿਆ ਭਾਈ, ਨਿਹਚਲ ਪਾਇਆ ਥਾਉ। ਜਦੋਂ ਉਸ ਪਰਮਾਤਮਾ ਦੀ ਕਰਨੀ ਨੂੰ ਸੁਣ ਸੁਣ ਕੇ ਆਪਾਂ ਜੀਵਨ ਪ੍ਰਾਪਤ ਕਰਾਂਗੇ ਤਾਂ ਸਾਨੂੰ ਨਿਚਲ ਅਸਥਾਨ ਜਿਹੜਾ ਹੈ, ਨਿਜ ਘਰ ਪ੍ਰਾਪਤ ਹੋਵੇਗਾ। ਹਾਂਜੀ, ਜਿਸ ਪ੍ਰਤੀਤ ਨਾ ਆਵਈ ਪਾਏ, ਸੋ ਜੀੜਾ ਜਲ ਜਾਉ। ਜਿਸ ਨੂੰ ਪ੍ਰਤੀਤ ਨਹੀਂ, ਵਿਸ਼ਵਾਸ ਭਰੋਸਾ ਨਹੀਂ, ਉਹੀ ਜਿੰਦ ਸੜਦੀ ਹੈ ਵਕਾਰਾਂ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ। ਹਾਂਜੀ, ਬਹੁ ਗੁਣ ਮੇਰੇ ਸਾਹਿਬੈ ਪਾਏ, ਹਉ ਤਿਸ ਕੈ ਬਲ ਜਾਉ। ਸਾਰੇ ਗੁਣ ਮੇਰੇ ਮਾਲਕ ਦੇ ਵਿੱਚ ਨੇ, ਮੈਂ ਉਹਦੇ ਤੋਂ ਕੁਰਬਾਨ ਜਾਨਾ। ਹਾਂਜੀ, ਉਹ ਨਿਰਗੁਣ ਆਰੇ ਪਾਲਦਾ ਪਾਏ, ਦੇ ਨਿਥਾਵੇ ਥਾਉ। ਉਹਨੇ ਤਾਂ ਨਿਰਗੁਣ ਆਰੇ ਵੀ ਪਾਲੇ ਨੇ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਉਹਨੇ ਨਥਾਵਿਆਂ ਨੂੰ ਥਾਂ ਦਿੱਤੀ ਹੈ। ਹਾਂਜੀ, ਰਿਜਕ ਸੰਭਾਹੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਉ। ਉਹ ਪਰਮਾਤਮਾ ਸਾਨੂੰ ਰਿਜਕ ਦਿੰਦਾ ਹੈ, ਇੱਕ ਇੱਕ ਸਵਾਸ ਸਾਡੀ ਸੰਭਾਲ ਕਰਦਾ ਹੈ। ਉਸੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੁੰਦਰ ਹੈ। ਹਾਂਜੀ, ਜਿਸ ਗੁਰ ਸਾਚਾ ਭੇਟੀਐ ਪਾਏ, ਪੂਰਾ ਤਿਸ ਕਰਮਾਉ। ਜਿਹਨੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਉਹਦੇ ਤੇ ਰੱਬ ਦੀਆਂ ਸਾਰੀਆਂ ਬਖਸ਼ਿਸ਼ਾਂ ਨੇ। ਹਾਂਜੀ, ਤਿਸ ਬਿਨ ਘੜੀ ਨਾ ਜੀਵੀਐ ਪਾਏ, ਸਰਬ ਕਲਾ ਭਰਪੂਰਾ। ਉਸ ਸਰਬ ਕਲਾ ਭਰਪੂਰ ਤੋਂ ਬਿਨਾ ਇੱਕ ਘੜੀ 23-24 ਮਿੰਟ ਵੀ ਆਦਮੀ ਜਿਉਂਦਾ ਨਹੀਂ ਰਹਿ ਸਕਦਾ। ਹਾਂਜੀ, ਸਾਸ ਗਿਰਾਸ ਨਾ ਵੀਸਰੈ ਭਾਏ, ਵੇਖੋ ਸਦਾ ਹਜੂਰਾ। ਇੱਕ ਇੱਕ ਸਾਸ ਗਿਰਾਸ ਉਹ ਪਰਮਾਤਮਾ ਵਿਸਰਨਾ ਨਹੀਂ ਚਾਹੀਦਾ, ਹਰ ਥਾਂ ਤੇ ਉਸ ਪਰਮਾਤਮਾ ਦਾ ਦੀਦਾਰ ਕਰੋ। ਹਾਂਜੀ, ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰਾ। ਜਦੋਂ ਸਾਧੂ ਦਾ ਸੰਗ ਮਿਲਦਾ ਹੈ, ਗੁਰਮੁਖਾਂ ਦੀ ਸੰਗਤ ਮਿਲਦੀ ਹੈ, ਤਦੋਂ ਇਹ ਰੰਗ ਚੜ੍ਹਦਾ ਹੈ ਤੇ ਹਰ ਥਾਂ ਤੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜਿਨ੍ਹਾਂ ਪ੍ਰੀਤ ਨਾ ਲੱਗਿਆ ਭਾਈ, ਸੇ ਨਿਤ ਨਿਤ ਮਰਦੇ ਝੂਰਾ। ਜਿਹੜੇ ਰੱਬ ਦੀ ਪ੍ਰੀਤ ਤੋਂ ਸਖਣੇ ਨੇ, ਉਹਨਾਂ ਦੇ ਵਿੱਚ ਹੀ ਚਿੰਤਾ ਹੈ, ਹੌਕੇ ਨੇ, ਉਹ ਸਹਿਕਦੇ ਰਹਿੰਦੇ ਨੇ, ਭੈ ਭੀਤ ਨੇ, ਡਰ ਹੈ। ਉਹਨਾਂ ਨੂੰ ਹਮੇਸ਼ਾ ਇੱਕੋ ਹੀ ਹੁੰਦਾ ਹੈ, ਮੇਰਾ ਜੀ ਪਤਾ ਨਹੀਂ ਫਿਊਚਰ ਕੀ ਹੈ, ਮੈਨੂੰ ਪਤਾ ਹੀ ਨਹੀਂ ਜੀ ਕੱਲ ਕੀ ਹੋਏਗਾ। ਉਹਨਾਂ ਦੀ ਇਹ ਅਵਸਥਾ ਹੈ। ਜਿਹੜੇ ਕਦੇ ਪਰਮਾਤਮਾ ਨਾਲ ਪਿਆਰ ਨਹੀਂ ਕਰਦੇ, ਜਿਹੜੇ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਕੱਲ ਵੀ ਇਹੋ ਹੀ ਰੱਬ ਹੋਏਗਾ। ਇਹ ਤਾਂ ਨਹੀਂ ਵੀ ਕੱਲ ਰੱਬ ਕੋਈ ਨਵਾਂ ਆ ਜਾਣਾ ਹੈ, ਰੱਬ ਬਦਲ ਜਾਣਾ ਹੈ। ਅੰਚਲ ਲਾਏ ਤਰਾਇਆ ਭਾਈ, ਭੌਜਲ ਦੁਖ ਸੰਸਾਰ। ਉਹ ਵਾਹਿਗੁਰੂ ਆਪਣਾ ਪੱਲਾ ਦੇ ਕੇ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਕਰੇਗਾ। ਹਾਂਜੀ, ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਤੋਣ ਰੰਗ ਅਪਾਰ। ਉਸ ਪ੍ਰਭੂ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, ਸਾਨੂੰ ਨਿਹਾਲ ਕਰ ਦਿੱਤਾ। ਜਦੋਂ ਸਾਨੂੰ ਆਪਣੇ ਅੰਗ ਲਾ ਲਿਆ ਤੇ ਵੇਖੋ ਭਾਈ ਲੈਣਾ ਵੀ ਗੁਰੂ ਅੰਗਦ ਹੋ ਗਿਆ। ਹਾਂਜੀ, ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਮਨ ਸੀਤਲ ਤਨ ਸੀਤਲ ਹੋਇਆ ਜਦੋਂ ਪ੍ਰਭੂ ਦੇ ਨਾਮ ਦਾ ਭੋਜਨ
ਤੁਸੀਂ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਫਿਰ ਕੀ ਹੋਇਆ? ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਹਾਂਜੀ। ਨਾਨਕ ਤਿਸ ਸਰਨਾਗਤੀ ਪਾਈ, ਜੇ ਕਿਲ ਬਿਖ ਕਾਟਨ ਹਾਰ। ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਆਖਦੇ ਨੇ, ਮੈਂ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਿਹੜਾ ਮੇਰੇ ਪਾਪ ਤੇ ਦੁੱਖ ਕੱਟਣ ਦੇ ਸਮਰੱਥ ਹੈ। ਇਹਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਅੱਜ ਸਿੱਖ ਕੌਮ ਦੇ ਮਹਾਨ ਵਿਦਵਾਨ, ਜਿਨ੍ਹਾਂ ਨੂੰ ਪੰਥ ਨੇ ਬਹੁਤ ਬਖਸ਼ਿਸ਼ਾਂ ਕਰਕੇ ਨਵਾਜਿਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜੋ ਬੜਾ ਲੰਬਾ ਸਮਾਂ ਉਹਨਾਂ ਨੇ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸੇਵਾਵਾਂ ਕੀਤੀਆਂ, ਬਤੌਰ ਅਰਦਾਸੀਏ ਸਿੰਘ, ਬਤੌਰ ਗ੍ਰੰਥੀ ਸਿੰਘ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ। ਅੱਜ ਉਹਨਾਂ ਦਾ ਸੰਗਤੀ ਅਰਦਾਸ ਦਾ ਸਮਾਗਮ ਹੈ ਗੁਰਦੁਆਰਾ ਸੰਗਰਾਣਾ ਸਾਹਿਬ। ਸਾਡਾ ਫਰਜ਼ ਬਣਦਾ ਹੈ ਆਪਾਂ ਸਾਰੇ ਉਹਨਾਂ ਦੇ ਨਿਮਿਤ ਅਰਦਾਸ ਕਰੀਏ। ਸੋ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਫਤਿਹ ਬੁਲਾਉਣ ਤੋਂ ਪਹਿਲਾਂ ਆਪਾਂ ਅੰਤਲੀਆਂ ਜੋ ਦੋ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰਨਾ ਹੈ। ਆਪ ਸੰਗਤ ਦਾ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੀ ਗੋਦ ਵਿੱਚ ਬਿਠਾਇਆ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਾਏ ਨੇ। ਤੇ ਜੋ ਵਧੀਕ ਹੈਡ ਗ੍ਰੰਥੀ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦਾ ਵੀ ਧੰਨਵਾਦ, ਕਿਉਂਕਿ ਅੱਜ ਕਥਾ ਦਾ ਟਾਈਮ ਉਹਨਾਂ ਦਾ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਆਉਣਾ ਹੈ, ਜੇ ਮੈਨੂੰ ਤੁਸੀਂ ਆਗਿਆ ਦੇ ਦਿਓ ਤੇ ਮੈਂ ਸੰਗਤ ਦੇ ਦਰਸ਼ਨ ਕਰ ਲਾਂਗਾ। ਉਹਨਾਂ ਨੇ ਬਹੁਤ ਪਿਆਰ ਕੀਤਾ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਕਰੋ ਸੇਵਾ। ਸੋ ਉਹਨਾਂ ਦਾ ਵੀ ਧੰਨਵਾਦ। ਹਾਂਜੀ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਪਾਈ, ਜੇ ਕਿਲ ਬਿਖ ਕਾਟਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂ ਠਾਕੁਰ ਤੁਮ